Hello students, in this lecture we discuss chapter number 3 Features and Appraisal of Economic Reforms. New economic policy or new economic reforms were introduced in the year 1991. ਜਿਹੜੀ 1991 ਦੇ ਵਿੱਚ ਇੱਕ ਨਿਊ ਇਕਨੋਮਿਕ ਪਾਲਿਸੀਜ਼ ਨੂੰ ਅਡੋਪਟ ਕੀਤਾ ਗਿਆ ਸੀ ਉਸ ਨੂੰ ਨਿਊ ਇਕਨੋਮਿਕ ਰਿਫਾਰਮਸ ਵੀ ਕਿਹਾ ਜਾਂਦਾ ਹੈ। ਇਸ ਪਾਲਿਸੀ ਵਿੱਚ ਜ਼ਿਆਦਾਤਰ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। 1991 ਤੋਂ ਪਹਿਲਾਂ ਜਿਹੜਾ ਪਬਲਿਕ ਸੈਕਟਰ ਸੀ ਉਸ ਦਾ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਰੋਲ ਸੀਗਾ ਕਿ ਪਬਲਿਕ ਸੈਕਟਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ। ਪ੍ਰਾਈਵੇਟ ਸੈਕਟਰ ਨੂੰ ਬਹੁਤ ਜ਼ਿਆਦਾ ਕੰਟਰੋਲ ਦੇ ਅੰਡਰ ਸੀ ਗਵਰਨਮੈਂਟ ਦੇ ਕਿ ਉਸ ਦੇ ਉੱਪਰ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਸੀਗੀਆਂ। ਬਟ ਕੁਛ ਟਾਈਮ ਬਾਅਦ ਇਹ ਰਿਅਲਾਈਜ਼ ਕੀਤਾ ਗਿਆ ਕਿ ਜਿਹੜਾ ਪਬਲਿਕ ਸੈਕਟਰ ਸੀ ਉਹ ਇਨਸਫੀਸ਼ੀਐਂਟ ਸੀ, ਜਿਸ ਕਾਰਨ ਨੈਟ ਰਿਜ਼ਲਟ ਇਹ ਹੋਇਆ ਕਿ ਇਕਨੋਮਿਕ ਕ੍ਰਾਈਸਿਸ ਆ ਗਏ ਇੰਡੀਆ ਦੇ ਵਿੱਚ। 1991 ਦੇ ਵਿੱਚ 1991 ਵਿੱਚ ਇਕਨੋਮਿਕ ਕ੍ਰਾਈਸਿਸ ਫੇਸ ਕਰਨਾ ਪਿਆ ਇੰਡੀਅਨ ਇਕੋਨਮੀ ਨੂੰ। ਇੰਡੀਆ ਦੇ ਵਿੱਚ ਉਸ ਟਾਈਮ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਸੀ ਉਹ ਬਹੁਤ ਜ਼ਿਆਦਾ ਘੱਟ ਚੁੱਕੇ ਸੀ ਕਿ ਇੰਡੀਆ ਕੋਲ ਸਿਰਫ ਇੰਨਾ ਰਿਜ਼ਰਵ ਬਚਿਆ ਸੀ ਕਿ ਉਹ ਸਿਰਫ 2 ਵੀਕਸ ਦਾ ਹੀ ਇੰਪੋਰਟ ਕਰ ਸਕਦੇ ਸੀਗੇ ਅਤੇ ਇਸ ਤੋਂ ਇਲਾਵਾ ਫਰੈਸ਼ ਲੋਨਸ ਵੀ ਉਸ ਕੋਲ ਅਵੇਲੇਬਲ ਨਹੀਂ ਸੀਗੇ। ਇਸ ਲਈ ਇੰਡੀਆ ਨੂੰ ਇਸ ਇਕਨੋਮਿਕ ਕ੍ਰਾਈਸਿਸ ਤੋਂ ਸੇਵ ਕਰਨ ਦੇ ਲਈ ਇੰਡੀਆ ਨੇ ਇੱਕ ਨਿਊ ਇਕਨੋਮਿਕ ਰਿਫਾਰਮਸ ਪੋਲਿਸੀ ਨੂੰ ਅਡੋਪਟ ਕੀਤਾ। ਸਿੰਸ ਜੁਲਾਈ 1991 ਦੇ ਵਿੱਚ ਗਵਰਨਮੈਂਟ ਨੇ ਬਹੁਤ ਸਾਰੇ ਪੋਲਿਸੀਜ਼ ਮੇਜਰ ਨੂੰ ਅਡੋਪਟ ਕੀਤਾ ਇਕਨੋਮਿਕ ਕ੍ਰਾਈਸਿਸ ਨੂੰ ਕੰਟਰੀ 'ਤੇ ਖ਼ਤਮ ਕਰਨ ਦੇ ਲਈ ਅਤੇ ਇਕਨੋਮਿਕ ਗਰੋਥ ਨੂੰ ਇਨਕਰੀਜ਼ ਕਰਨ ਦੇ ਲਈ। ਉਹਨਾਂ ਵਿੱਚੋਂ ਜਿਹੜੀਆਂ ਮੇਨ ਸੀ ਉਹ ਸੀ ਕਿ ਫਸਟ ਇਜ਼ ਰਿਪਲੇਸਿੰਗ ਕੰਟਰੋਲਡ ਇਕੋਨਮੀ ਵਿਦ ਲਿਬਰਲ ਵਨ, ਦੈਟ ਇਜ਼ ਰਿਡਿਊਸਿੰਗ ਕੰਟਰੋਲਸ ਐਂਡ ਪ੍ਰਮੋਟਿੰਗ ਲਿਬਰਲਾਈਜੇਸ਼ਨ। ਪਹਿਲਾਂ ਇਕੋਨਮੀ ਦੇ ਵਿੱਚ ਇਕਨੋਮਿਕ ਰਿਫਾਰਮਸ ਪੋਲਿਸੀ ਤੋਂ ਪਹਿਲਾਂ ਜਿਹੜੀਆਂ ਸਪੈਸ਼ਲੀ ਪ੍ਰਾਈਵੇਟ ਕੰਪਨੀ ਸੀ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਸੀਗੇ। ਉਹਨਾਂ ਨੂੰ ਸੈਟਅਪ ਕਰਨ ਦੇ ਲਈ ਬਹੁਤ ਸਾਰੇ ਪੇਪਰ ਵਰਕ ਜਾਂ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ, ਉਹਨਾਂ ਨੂੰ ਲਿਬਰਲ ਕੀਤਾ ਗਿਆ। ਸੈਕਿੰਡ ਇਜ਼ ਇਨਕਰੇਜਿੰਗ ਪ੍ਰਾਈਵੇਟ ਸੈਕਟਰ, ਥਰਡ ਇਜ਼ ਪ੍ਰਮੋਟਿੰਗ ਫੋਰਨ ਡਾਇਰੈਕਟ ਇਨਵੈਸਟਮੈਂਟ, introducing improved technology, encouraging modernization of agriculture, introducing extensive change in trade policy, monetary policy and fiscal policy, and next is keeping fiscal deficit under control. All these policy measures collectively are called new economic policy. ਇਹਨਾਂ ਸਾਰੀਆਂ policy ਨੂੰ collectively new economic policy ਕਿਹਾ ਜਾਂਦਾ ਹੈ। Next is meaning of economic reforms or new economic policy. According to C. Rangarajan, former Governor, Reserve Bank of India, the new economic reforms comprise various policy measures and changes introduced since 1991. The thrust of new economic reform is toward creating more competition environment as a mean to improve the productivity and efficiency in the economy. Main economic reforms ਦਾ objective ਕੀ ਸੀ ਕਿ ਕ੍ਰੀਏਟ ਕਰਨਾ ਕੰਪੀਟੀਸ਼ਨ ਵਾਲਾ ਇਨਵਾਇਰਮੈਂਟ ਇਕੋਨਮੀ ਦੇ ਵਿੱਚ, ਜਿਸ ਨਾਲ ਕੀ ਹੋਏਗੀ ਕਿ ਜਿਹੜੀ ਸਾਡੇ ਇੱਥੇ ਦਾ ਇੰਡਸਟਰੀਅਲ ਸੈਕਟਰ ਆ ਉਹਨਾਂ ਦੀ ਪ੍ਰੋਡਕਟੀਵਿਟੀ ਅਤੇ ਐਫੀਸ਼ੀਐਂਸੀ ਐਨਹਾਂਸ ਹੋਏਗੀ ਉਸ ਚੀਜ਼ ਦੇ ਕੰਪੀਟੀਸ਼ਨ ਦੇ ਕਾਰਨ। ਜਿਹੜੇ ਨਿਊ ਇਕਨੋਮਿਕ ਰੀਫਾਰਮ ਸੀ ਉਹ ਜ਼ਿਆਦਾ ਲਿਬਰਲ ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਸੀ ਉਸਨੇ। ਦ ਕੰਟਰੋਲ ਵਰ ਲਿਬਰਲ ਸੋ ਐਜ਼ ਟੂ ਇਨਕਰੇਜ ਸੈਟਿੰਗ ਅਪ ਆਫ ਨਿਊ ਇੰਡਸਟਰੀਅਲ ਐਂਡ ਐਕਸਪੈਂਸ਼ਨ ਆਫ ਐਗਜ਼ਿਸਟਿੰਗ ਇੰਡਸਟਰੀਅਲ ਯੂਨਿਟਸ। ਪਹਿਲਾਂ ਬਹੁਤ ਜ਼ਿਆਦਾ ਗਵਰਨਮੈਂਟ ਦਾ ਕੰਟਰੋਲਸ ਹੁੰਦਾ ਸੀ, ਉਸਨੂੰ ਬਹੁਤ ਜ਼ਿਆਦਾ ਲਿਬਰਲ ਕਰ ਦਿੱਤਾ ਗਿਆ ਤਾਂ ਜੋ ਨਿਊ ਇੰਡਸਟਰੀ ਸੈਕਟਰਸ ਨੂੰ ਸੈਟਅਪ ਕੀਤਾ ਜਾ ਸਕੇ, ਨਿਊ ਇੰਡਸਟਰੀਜ਼ ਯੂਨਿਟਸ ਨੂੰ, ਤਾਂ ਕਿ ਉਹਨਾਂ ਦੀ ਗਰੋਥ ਨੂੰ ਇਨਕਰੀਜ਼ ਕੀਤਾ ਜਾ ਸਕੇ, ਉਹਨਾਂ ਦਾ ਐਕਸਪੈਂਸ਼ਨ ਕੀਤਾ ਜਾ ਸਕੇ। ਪਹਿਲਾਂ ਪ੍ਰਾਈਵੇਟ ਸੈਕਟਰ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸੀ। ਹੁਣ ਨਿਊ ਇਕਨੋਮਿਕ ਰੀਫਾਰਮਸ ਤੋਂ ਬਾਅਦ ਜਿਹੜੇ ਪ੍ਰਾਈਵੇਟ ਸੈਕਟਰ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਣ ਲੱਗੀ ਇਕਨੋਮਿਕ ਡਿਵੈਲਪਮੈਂਟ ਦੇ ਪ੍ਰੋਸੈਸ ਵਿੱਚ। ਪਹਿਲਾਂ ਜਿਹੜਾ ਏਰੀਆ ਸਿਰਫ ਪਬਲਿਕ ਸੈਕਟਰ ਦੇ ਲਈ ਰਿਜ਼ਰਵ ਸੀ ਉਸਨੂੰ ਓਪਨ ਕਰ ਦਿੱਤਾ ਗਿਆ ਪ੍ਰਾਈਵੇਟ ਸੈਕਟਰ ਦੇ ਲਈ ਵੀ। The main objective of new economic reform is to promote competition and efficiency. ਮੇਨ ਇਕਨੋਮਿਕ ਰਿਫਾਰਮ ਦਾ ਓਬਜੈਕਟਿਵ ਸੀ ਕਿ ਕੰਪੀਟੀਸ਼ਨ ਨੂੰ ਪ੍ਰਮੋਟ ਕਰਨਾ ਜਿਸ ਨਾਲ ਕਿ ਐਫੀਸ਼ੀਐਂਸੀ ਇਨਕਰੀਜ਼ ਹੋਏਗੀ। ਗਲੋਬਲਾਈਜੇਸ਼ਨ ਐਂਡ ਲਿਬਰਲਾਈਜੇਸ਼ਨ ਅਤੇ ਪ੍ਰਾਈਵੇਟਾਈਜੇਸ਼ਨ ਦੇ ਕੀ ਕੰਪੀਟੀਸ਼ਨ ਨੂੰ ਪ੍ਰਮੋਟ ਕਰਦਾ ਸੀ। ਕੰਪੀਟੀਸ਼ਨ ਪ੍ਰਮੋਟ ਹੋਣ ਦੇ ਕਾਰਨ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਸੀ ਇੰਡਸਟਰੀ ਸੈਕਟਰ ਦੀ। Next is main features of old economic policy.
1991 ਤੋਂ ਪਹਿਲਾਂ ਇੰਡੀਆ ਨੇ ਇਕਨੋਮਿਕ ਡਿਵੈਲਪਮੈਂਟ ਦੇ ਲਈ ਜਿਹੜੀ ਪੋਲਿਸੀਜ਼ ਨੂੰ ਅਡੋਪਟ ਕੀਤਾ ਸੀ ਉਸ ਨੂੰ ਓਲਡ ਇਕਨੋਮਿਕ ਪੋਲਿਸੀ ਕਿਹਾ ਜਾਂਦਾ ਆ। ਉਸ ਦੇ ਮੇਨ ਫੀਚਰ ਸੀ, ਫਸਟ ਇਜ਼ ਮਿਕਸਡ ਇਕੋਨਮੀ। ਇਨ ਦੀ ਪੋਸਟ ਇੰਡੀਪੈਂਡੈਂਸ ਪੀਰੀਅਡ ਜਿਹੜੀ ਇਕਨੋਮਿਕ ਡਿਵੈਲਪਮੈਂਟ ਦੇ ਓਬਜੈਕਟਿਵ ਨੂੰ ਅਚੀਵ ਕਰਨ ਦੇ ਲਈ ਮਿਕਸਡ ਇਕੋਨਮੀ ਦੀ ਸਟ੍ਰੈਟਜੀ ਨੂੰ ਅਡੋਪਟ ਕੀਤਾ ਗਿਆ ਸੀ। ਅੰਡਰ ਦਿਸ ਸਟ੍ਰੈਟਜੀ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਸੈਕਟਰ ਦੋਨੋਂ ਹੀ ਇਕੱਠੇ ਵਰਕ ਕਰਦੇ ਸੀ ਟੂਗੈਦਰ। ਨੈਕਸਟ ਇਜ਼ ਮੋਰ ਇੰਪੋਰਟੈਂਸ ਟੂ ਪਬਲਿਕ ਸੈਕਟਰ। In the old economic policy, more importance was given to public sector. Old economic policy ਦੇ ਵਿੱਚ ਜਿਹੜੀ ਪਬਲਿਕ ਸੈਕਟਰ ਨੂੰ ਆ ਉਸ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ। ਜਿਹੜੀਆਂ ਬੇਸਿਕ ਇੰਡਸਟਰੀਜ਼ ਸੀਗੀਆਂ ਉਹ ਪਬਲਿਕ ਸੈਕਟਰ ਦੇ ਅੰਡਰ ਹੀ ਸੈਟਅਪ ਕੀਤੀਆਂ ਜਾਂਦੀਆਂ ਸੀ। It was the responsibility of this sector to develop economic and social infrastructure. ਪਬਲਿਕ ਸੈਕਟਰ ਦੀ ਰਿਸਪੋਂਸਿਬਿਲਿਟੀ ਹੁੰਦੀ ਸੀ ਕਿ ਉਹ ਇਕਨੋਮਿਕ ਅਤੇ ਸੋਸ਼ਲ ਇਨਫਰਾਸਟਰਕਚਰ ਦੀ ਡਿਵੈਲਪਮੈਂਟ ਲਈ ਜਿਹੜੀਆਂ ਬਹੁਤ ਸਾਰੀਆਂ, ਬਟ ਉਸ ਟਾਈਮ ਪ੍ਰਾਈਵੇਟ ਸੈਕਟਰ ਦੇ ਉੱਪਰ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲਗਾਈਆਂ ਜਾਂਦੀਆਂ ਸੀਗੀਆਂ। ਫॉर ਚੈਕਿੰਗ ਕੰਸਨਟ੍ਰੇਸ਼ਨ ਆਫ ਇਕਨੋਮਿਕ ਪਾਵਰ ਇਨ ਦੀ ਪ੍ਰਾਈਵੇਟ ਸੈਕਟਰ, ਮੋਨੋਪਲੀਜ਼ ਐਂਡ ਰੈਸਟ੍ਰਿਕਟਿਵ ਟ੍ਰੇਡ ਪ੍ਰੈਕਟਿਸ ਐਕਟ MRTP ਐਕਟ ਵਾਜ਼ ਐਨਫੋਰਸਡ। ਪ੍ਰਾਈਵੇਟ ਸੈਕਟਰ ਦੇ ਉੱਪਰ ਇੱਕ MRTP ਐਕਟ ਲਾਇਆ ਜਾਂਦਾ ਸੀ ਉਸ ਟਾਈਮ। ਨੈਕਸਟ ਇਜ਼ protection against foreign competition. In order to protect domestic industries against foreign competition, several measures were adopted. Domestic industries ਤੇ ਨੂੰ foreign competition ਤੋਂ ਸੇਵ ਕਰਨ ਦੇ ਲਈ, ਉਸ ਤੋਂ ਪ੍ਰੋਟੈਕਸ਼ਨ ਦੇ ਲਈ ਬਹੁਤ ਸਾਰੇ ਮੇਜਰਸ ਅਡੋਪਟ ਕੀਤੇ ਜਾਂਦੇ ਸੀ। ਲਾਈਕ ਹਾਈ ਰੇਟਸ ਆਫ ਇੰਪੋਰਟਸ ਡਿਊਟੀ, ਜਿਹੜੀਆਂ ਬਾਹਰੋਂ ਗੁੱਡਸ ਮੰਗਾਈਆਂ ਜਾਂਦੀਆਂ ਸੀ ਉਹਨਾਂ ਦੇ ਉੱਪਰ ਜਿਹੜੀ ਟੈਕਸ ਰੇਟ ਲਾਇਆ ਜਾਂਦਾ ਸੀ, ਉਹਨਾਂ ਦੇ ਉੱਪਰ ਟੈਕਸ ਰੇਟ ਬਹੁਤ ਜ਼ਿਆਦਾ ਲਾਇਆ ਜਾਂਦਾ ਸੀ, ਉਹਨਾਂ ਨੂੰ ਇੰਪੋਰਟ ਡਿਊਟੀਜ਼ ਕਿਹਾ ਜਾਂਦਾ। ਔਨ ਫੋਰਨ ਗੁੱਡਸ ਨੈਕਸਟ ਆਰ ਕੁਆਂਟੀਟੇਟਿਵ ਰੈਸਟ੍ਰਿਕਸ਼ਨ ਔਨ ਇੰਪੋਰਟਸ। ਨੈਕਸਟ ਇਜ਼ ਪ੍ਰਮੋਸ਼ਨ ਆਫ ਐਕਸਪੋਰਟਸ ਐਂਡ ਸਬਸਟੀਟਿਊਸ਼ਨ ਆਫ ਇੰਪੋਰਟਸ। ਓਲਡ ਇਕਨੋਮਿਕ ਪੋਲਿਸੀ ਦੇ ਵਿੱਚ ਜਿਹੜੀ ਐਕਸਪੋਰਟ ਦੇ ਪ੍ਰਮੋਸ਼ਨ ਅਤੇ ਇੰਪੋਰਟਸ ਦੇ ਸਬਸਟੀਟਿਊਸ਼ਨ ਲਈ ਜ਼ੋਰ ਦਿੱਤਾ ਜਾਂਦਾ ਸੀ। ਵਿਦ ਏ ਵਿਊ ਟੂ ਪ੍ਰਮੋਟਿੰਗ ਐਕਸਪੋਰਟਸ, ਕੰਸੈਸ਼ਨਸ ਐਂਡ ਐਗਜ਼ੈਂਪਸ਼ਨਸ ਫਰੋਮ ਟੈਕਸਿਸ ਐਂਡ ਅਦਰ ਫੈਸਿਲਿਟੀਜ਼ ਐਕਸੈਕਟਰਾ ਵਰ ਗਰਾਂਟਡ ਟੂ ਐਕਸਪੋਰਟਰਸ। ਐਕਸਪੋਰਟਰਸ ਨੂੰ ਬਹੁਤ ਸਾਰੀਆਂ ਫੈਸਿਲਿਟੀਜ਼ ਲਾਈਕ ਸਬਸਿਡੀਜ਼ ਹੋ ਗਿਆ, ਕੰਸੈਸ਼ਨਸ ਦਿੱਤੇ ਜਾਂਦੇ ਸੀ, ਟੈਕਸ ਨੂੰ ਘੱਟ ਕੀਤਾ ਜਾਂਦਾ ਸੀ ਉਹਨਾਂ ਉੱਪਰ, ਤਾਂ ਜੋ ਉਹਨਾਂ ਦੇ ਐਕਸਪੋਰਟ ਨੂੰ ਪ੍ਰਮੋਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਗਵਰਨਮੈਂਟ ਇੰਪੋਰਟ ਸਬਸਟੀਟਿਊਟਸ ਇੰਪਲਾਈਜ਼ ਦੈਟ ਗਵਰਨਮੈਂਟ ਇੰਪੋਰਟਡ ਅਰਲੀਅਰ ਵੀ ਪ੍ਰੋਡਿਊਸ ਵਿਦਿਨ ਦੀ ਕੰਟਰੀ ਸੋ ਦੈਟ ਦੀ ਸੇਮ ਆਰ ਨੋਟ ਇੰਪੋਰਟਡ। ਗਵਰਨਮੈਂਟ ਇੰਪੋਰਟ ਸਬਸਟੀਟਿਊਸ਼ਨ ਨੂੰ ਵੀ ਪ੍ਰਮੋਟ ਕਰਦੀ ਸੀ ਕਿ ਜਿਹੜੀਆਂ ਅਸੀਂ ਗੁੱਡਸ ਕਿਸੇ ਦੂਸਰੇ ਬਾਹਰਲੀ ਕੰਟਰੀ ਤੋਂ ਇੰਪੋਰਟ ਕਰ ਰਹੇ ਹਾਂ ਉਸਦਾ ਆਪਣੀ ਕੰਟਰੀ ਦੇ ਵਿੱਚ ਹੀ ਪ੍ਰੋਡਕਸ਼ਨ ਸਟਾਰਟ ਕੀਤਾ ਜਾਵੇ। that is known as substitution of imports. Next is restrictions on foreign capital. In old economic policies, several restrictions were imposed on foreign direct investment. 1991 ਤੋਂ ਪਹਿਲਾਂ ਬਹੁਤ ਸਾਰੇ ਰਿਸਟ੍ਰਿਕਸ਼ਨਸ ਲਗਾਏ ਜਾਂਦੇ ਸੀ FDI ਤੇ, ਫੋਰਨ ਡਾਇਰੈਕਟ ਇਨਵੈਸਟਮੈਂਟ ਤੇ। ਫੋਰਨ ਕੈਪੀਟਲ ਨੂੰ ਕੰਟਰੋਲ ਕਰਨ ਦੇ ਲਈ ਇੱਕ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਵੀ ਬਣਾਇਆ ਗਿਆ ਸੀ ਉਸ ਟਾਈਮ, ਜਿਸ ਨਾਲ ਜਿਹੜੇ ਫੋਰਨ ਕੰਪਨੀ ਸੀਗੀਆਂ ਉਹ ਡਿਸਕਰੇਜ ਹੋਈਆਂ ਇੰਡੀਆ ਦੇ ਵਿੱਚ ਇਨਵੈਸਟਮੈਂਟ ਨਹੀਂ ਕਰਦੀਆਂ ਸੀ ਜ਼ਿਆਦਾ। ਨੈਕਸਟ ਇਜ਼ ਫਿਕਸ ਰੇਟ ਆਫ ਐਕਸਚੇਂਜ। 1991 ਤੋਂ ਪਹਿਲਾਂ ਜਿਹੜੀ ਗਵਰਨਮੈਂਟ ਨੇ ਫਿਕਸ ਰੇਟ ਆਫ ਐਕਸਚੇਂਜ ਦੀ ਪੋਲਿਸੀ ਨੂੰ ਅਡੋਪਟ ਕੀਤਾ ਸੀ। ਅੰਡਰ ਇਟ ਐਕਸਚੇਂਜ ਰੇਟ ਆਫ ਰੁਪੀ ਸੀ ਯੂਜ਼ ਟੂ ਬੀ ਫਿਕਸਡ ਬਾਈ ਦੀ ਰਿਜ਼ਰਵ ਬੈਂਕ ਆਫ ਇੰਡੀਆ। ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਰੁਪੀ ਦੀ ਚੇਂਜ ਰੇਟ ਸੀ ਉਹਨੂੰ ਫਿਕਸਡ ਕੀਤਾ ਜਾਂਦਾ ਸੀ, ਰਿਜ਼ਰਵ ਬੈਂਕ ਦੁਆਰਾ ਫਿਕਸ ਕੀਤਾ ਜਾਂਦਾ ਸੀ ਉਸਨੂੰ। ਨੈਕਸਟ ਇਜ਼ ਫਿਸਕਲ ਪੋਲਿਸੀ। ਫਿਸਕਲ ਪੋਲਿਸੀ ਰੈਫਰਸ ਟੂ ਰੈਵਨਿਊ ਐਂਡ ਐਕਸਪੈਂਡੀਚਰ ਪੋਲਿਸੀ ਆਫ ਦੀ ਗਵਰਨਮੈਂਟ ਦੀ ਇਨਕਮ ਅਤੇ ਐਕਸਪੈਂਡੀਚਰ ਪੋਲਿਸੀ ਨੂੰ ਫਿਸਕਲ ਪੋਲਿਸੀ ਕਿਹਾ ਜਾਂਦਾ ਹੈ। ਇਨ ਆਰਡਰ ਟੂ ਮੀਟ ਗਵਰਨਮੈਂਟ ਐਕਸਪੈਂਡੀਚਰ ਨਿਊ ਟੈਕਸਿਸ ਵਰ ਇੰਪੋਜ਼ਡ ਐਂਡ ਰੇਟ ਆਫ ਐਗਜ਼ਿਸਟਿੰਗ ਟੈਕਸਿਸ ਵਰ ਰੇਜ਼ਡ। ਕਿ ਗਵਰਨਮੈਂਟ ਦੇ ਐਕਸਪੈਂਡੀਚਰ ਨੂੰ ਪੂਰਾ ਕਰਨ ਦੇ ਲਈ ਨਵੇਂ ਟੈਕਸਿਸ ਲਾਏ ਜਾਂਦੇ ਸੀਗੇ ਅਤੇ ਜਿਹੜੀ ਐਗਜ਼ਿਸਟਿੰਗ ਟੈਕਸਿਸ ਰੇਟ ਸੀ ਉਸਨੂੰ ਇਨਕਰੀਜ਼ ਕੀਤਾ ਜਾਂਦਾ ਸੀ। ਡੈਫੀਸਿਟ ਫਾਈਨੈਂਸਿੰਗ ਵਾਜ਼ ਅਡੋਪਟਡ ਐਂਡ ਫਿਰ ਪਬਲਿਕ ਬੋਰਿੰਗ ਐਂਡ ਐਕਸਟਰਨਲ ਬੋਰਿੰਗ ਵਰ ਰਿਜ਼ੋਰਟਡ। Next we discussed need for economic reforms or new economic policy. First point is fiscal deficit. 1991 ਤੋਂ ਪਹਿਲਾਂ
ਗਵਰਨਮੈਂਟ ਦੇ ਜਿਹੜੇ ਨੋਨ ਡਿਵੈਲਪਮੈਂਟ ਐਕਸਪੈਂਡੀਚਰ ਸੀ ਉਹ ਬਹੁਤ ਜ਼ਿਆਦਾ ਵੱਧ ਗਏ ਸੀ, ਜਿਸ ਕਾਰਨ ਗਵਰਨਮੈਂਟ ਦਾ ਜਿਹੜਾ ਫਿਸਕਲ ਡੈਫੀਸਿਟ ਸੀ ਉਹ ਵੀ ਬਹੁਤ ਜ਼ਿਆਦਾ ਰਾਈਜ਼ ਕਰ ਗਿਆ। ਇਨ ਦਾ ਈਅਰ 1981 ਐਂਡ 82 ਦੇ ਵਿੱਚ ਇਹ ਜਸਟ 5.4% ਸੀ ਆਫ GDP, ਬਟ 1991 ਐਂਡ 92 ਦੇ ਵਿੱਚ ਇਹ ਰਾਈਜ਼ ਕਰਕੇ 8.4% ਹੋ ਗਿਆ ਆਫ GDP। ਫਿਸਕਲ ਡੈਫੀਸਿਟ ਨੂੰ ਮੀਟ ਕਰਨ ਦੇ ਲਈ, ਮਤਲਬ ਕਿ ਉਸਨੂੰ ਪੂਰਾ ਕਰਨ ਦੇ ਲਈ ਗਵਰਨਮੈਂਟ ਨੇ ਲੋਨ ਲੈਣੇ ਜ਼ਿਆਦਾ ਸਟਾਰਟ ਕੀਤੇ ਅਤੇ ਉਸ ਕਰਕੇ ਇੰਟਰਸਟ ਵੀ ਜ਼ਿਆਦਾ ਪੇ ਕਰਨਾ ਪਿਆ। ਫਿਸਕਲ ਡੈਫੀਸਿਟ ਦੇ ਰਾਈਜ਼ ਹੋਣ ਦੇ ਕਾਰਨ ਗਵਰਨਮੈਂਟ ਦਾ ਪਬਲਿਕ ਡੈਪਟ ਉਹ ਵੀ ਇਨਕਰੀਜ਼ ਕਰ ਗਿਆ, ਜਿਸ ਕਾਰਨ ਗਵਰਨਮੈਂਟ ਦਾ ਜਿਹੜਾ ਇੰਟਰਸਟ ਪੇਮੈਂਟ ਸੀ ਔਨ ਪਬਲਿਕ ਡੈਪਟ ਉਹ 81 ਦੇ ਵਿੱਚ ਓਨਲੀ 10% ਸੀ, ਜੋ ਕਿ 91 ਦੇ ਵਿੱਚ ਇਨਕਰੀਜ਼ ਹੋ ਕੇ 36.4% ਹੋ ਗਿਆ ਟੋਟਲ ਐਕਸਪੈਂਡੀਚਰ ਦਾ। ਜਿਸ ਕਾਰਨ ਜਿਹੜੀ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸੀ ਲਾਈਕ ਵਰਲਡ ਬੈਂਕ, IMF ਐਕਸੈਟਰਾ ਹੈਡ ਲੋਸਟ ਫੇਥ ਇਨ ਦੀ ਫਿਸਕਲ ਸਟੇਟ ਆਫ ਦੀ ਗਵਰਨਮੈਂਟ, ਜਿਸ ਕਰਕੇ ਗਵਰਨਮੈਂਟ ਨੂੰ ਨਿਊ ਇਕਨੋਮਿਕ ਰੀਫੋਰਮਸ ਨੂੰ ਅਡੋਪਟ ਕਰਨਾ ਪਿਆ ਫਿਸਕਲ ਡੈਫੀਸਿਟ ਦੀ ਕੰਡੀਸ਼ਨ ਨੂੰ ਘੱਟ ਕਰਨ ਦੇ ਲਈ, ਫਿਸਕਲ ਡੈਫੀਸਿਟ ਨੂੰ ਘੱਟ ਕਰਨ ਦੇ ਲਈ ਆਪਣੇ। ਨੈਕਸਟ ਇਜ਼ ਇਨਕਰੀਜ਼ ਇਨ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ। ਇਨਕਰੀਜ਼ ਇਨ ਅਨਫੇਵਰੇਬਲ ਬੈਲੈਂਸ ਆਫ ਪੇਮੈਂਟਸ, ਜਦੋਂ ਵੀ ਕਿਸੇ ਕੰਟਰੀ ਨੂੰ ਇੰਪੋਰਟਸ ਦੇ ਲਈ ਫੋਰਨ ਐਕਸਚੇਂਜ ਰਿਜ਼ਰਵ ਦੀ ਜ਼ਰੂਰਤ ਹੁੰਦੀ ਆ ਗੁੱਡਸ ਅਤੇ ਸਰਵਿਸਿਜ਼ ਨੂੰ ਇੰਪੋਰਟਸ ਕਰਨ ਦੇ ਲਈ। ਫੋਰਨ ਐਕਸਚੇਂਜ ਅਰਨਡ ਕਿਵੇਂ ਹੁੰਦੀ ਆ, ਜਦੋਂ ਅਸੀਂ ਗੁੱਡਸ ਨੂੰ ਐਕਸਪੋਰਟ ਕਰਦੇ ਹਾਂ ਗੁੱਡਸ ਐਂਡ ਸਰਵਿਸਿਜ਼ ਦੇ ਨਾਲ ਸਾਨੂੰ ਫੋਰਨ ਕਰੰਸੀ ਮਿਲਦੀ ਆ। ਬਟ ਇੰਡੀਆ ਦੇ ਵਿੱਚ ਜਿਹੜਾ ਇੰਪੋਰਟਸ ਜ਼ਿਆਦਾ ਸੀ ਐਂਡ ਐਕਸਪੋਰਟਸ ਘੱਟ ਸੀ, ਜਿਸ ਕਾਰਨ ਜਿਹੜੇ ਰਿਸੀਪਟਸ ਆਫ ਫੋਰਨ ਐਕਸਚੇਂਜ ਸੀ ਉਹ ਲੈਸ ਦੈਨ ਸੀ ਪੇਮੈਂਟਸ ਦੇ ਨਾਲੋਂ, ਜਿਸ ਕਾਰਨ ਜਿਹੜਾ ਨੋ ਡਾਊਟ ਕਿ ਇੰਡੀਆ ਦੇ ਵਿੱਚ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਸੀ, ਬਿਕੋਜ਼ ਇੰਡੀਆ ਦਾ ਜਿਹੜਾ ਇੰਪੋਰਟਸ ਬਹੁਤ ਜ਼ਿਆਦਾ ਸੀ, ਐਕਸਪੋਰਟਸ ਬਹੁਤ ਘੱਟ ਸੀ। ਨੋ ਡਾਊਟ ਗਵਰਨਮੈਂਟ ਨੇ ਬਹੁਤ ਸਾਰੇ ਕੰਸੈਸ਼ਨ ਅਤੇ ਇਨਸੈਂਟਿਵਸ ਦਿੰਦੇ ਸੀ ਐਕਸਪੋਰਟਸ ਨੂੰ ਆਪਣੇ ਪ੍ਰਮੋਟ ਕਰਨ ਦੇ ਲਈ। ਸਟਿਲ ਫਿਰ ਵੀ ਜਿਹੜਾ ਇੰਡੀਆ ਦਾ ਐਕਸਪੋਰਟ ਸੀ ਉਹ ਬਹੁਤ ਜ਼ਿਆਦਾ ਇਨਕਰੀਜ਼ ਨਹੀਂ ਹੋ ਸਕਿਆ, ਜਿਸ ਕਾਰਨ ਜਿਹੜਾ ਬੈਲੈਂਸ ਆਫ ਪੇਮੈਂਟ ਵਿੱਚ ਡੈਫੀਸਿਟ ਸੀ ਕਰੰਟ ਅਕਾਊਂਟ ਵਿੱਚ 1980 ਅਤੇ 81 ਦੇ ਵਿੱਚ 2214 ਕਰੋੜ ਸੀ, ਜੋ ਕਿ 1991 ਦੇ ਵਿੱਚ ਰਾਈਜ਼ ਹੋ ਕੇ 17,367 ਕਰੋੜ ਹੋ ਗਿਆ। ਸੋ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਦੀ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਨਿਊ ਇਕਨੋਮਿਕ ਪੋਲਿਸੀ ਦੀ ਨੀਡ ਇਸ ਕਰਕੇ ਉਸਨੂੰ ਅਡੋਪਟ ਕੀਤਾ ਗਿਆ। ਨੈਕਸਟ ਇਜ਼ ਗਲਫ ਕ੍ਰਾਈਸਿਸ ਔਨ ਅਕਾਊਂਟ ਆਫ ਗਲਫ ਵਾਰ ਇਨ 1991 ਪ੍ਰਾਈਜ਼ਸ ਆਫ ਪੈਟਰੋਲ ਸ਼ੂਟ ਅਪ। ਗਲਫ ਵਾਰ ਦੇ ਕਾਰਨ 1990 ਅਤੇ 91 ਵਿੱਚ ਜਿਹੜੀਆਂ ਪੈਟਰੋਲ ਦੀ ਪ੍ਰਾਈਜ਼ਸ ਸੀਗੀਆਂ ਉਹ ਬਹੁਤ ਜ਼ਿਆਦਾ ਇਨਕਰੀਜ਼ ਕਰ ਗਈਆਂ, ਜਿਸ ਕਾਰਨ ਇੰਡੀਆ ਨੂੰ ਜਿਹੜੀਆਂ ਗਲਫ ਕੰਟਰੀਜ਼ ਸੀਗੀਆਂ ਪੈਟਰੋਲ ਦੇ ਇੰਪੋਰਟ ਦੇ ਲਈ ਬਹੁਤ ਜ਼ਿਆਦਾ ਪੇਮੈਂਟ ਕਰਨੀ ਪਈ, ਜਿਸ ਕਾਰਨ ਉਹਦਾ ਕੀ ਇੱਕ ਨੈਗੇਟਿਵ ਇਫੈਕਟ ਪਿਆ ਜਿਹੜਾ ਇੰਡੀਆ ਦੇ ਬੈਲੈਂਸ ਆਫ ਪੇਮੈਂਟ ਉਹ ਹੋਰ ਜ਼ਿਆਦਾ ਡੈਫੀਸਿਟ 'ਚ ਚੱਲ ਗਿਆ, ਜਿਸ ਦਾ ਐਡਵਰਸ ਇਫੈਕਟ ਪਿਆ ਇੰਡੀਆ ਦੇ ਬੈਲੈਂਸ ਆਫ ਪੇਮੈਂਟ 'ਤੇ। ਨੈਕਸਟ ਇਜ਼ ਫਾਲ ਇਨ ਫੋਰਨ ਐਕਸਚੇਂਜ ਰਿਜ਼ਰਵ। ਇਨ 1991 ਦੇ ਵਿੱਚ ਜਿਹੜਾ ਇੰਡੀਆ ਦਾ ਫੋਰਨ ਐਕਸਚੇਂਜ ਰਿਜ਼ਰਵ ਸੀ ਉਹ ਘੱਟ ਕੇ ਬਹੁਤ ਥੋੜ੍ਹਾ ਰਹਿ ਗਿਆ ਸੀ। ਗਵਰਨਮੈਂਟ ਕੋਲ ਜਸਟ ਸਿਰਫ ਇੰਨਾ ਕਿ ਫੋਰਨ ਰਿਜ਼ਰਵ ਬਚਿਆ ਸੀ ਕਿ ਉਹ ਹਾਰਡਲੀ 2 ਵੀਕਸ ਦਾ ਇੰਪੋਰਟ ਕਰ ਸਕਦੀ ਸੀਗੀ। ਸਿਚੁਏਸ਼ਨ ਇੰਨੀ ਖਰਾਬ ਹੋ ਗਈ ਸੀ ਕਿ 1990 ਅਤੇ 91 ਦੇ ਵਿੱਚ ਗਵਰਨਮੈਂਟ ਹੈਡ ਟੂ ਮੋਰਗੇਜ ਕੰਟਰੀਜ਼ ਗੋਲਡ ਟੂ ਅਰੇਂਜ ਨੈਸੈਸਰੀ ਫੋਰਨ ਐਕਸਚੇਂਜ, ਕਿ ਗਵਰਨਮੈਂਟ ਨੂੰ ਆਪਣਾ ਗੋਲਡ ਮੋਰਗੇਜ 'ਤੇ ਰੱਖਣਾ ਪਿਆ ਤਾਂ ਕਿ ਉਹ ਫੋਰਨ ਐਕਸਚੇਂਜ ਨੂੰ ਅਰੇਂਜ ਕਰ ਸਕੇ। ਇਨ ਸੱਚ ਅ ਸਿਚੁਏਸ਼ਨ ਗਵਰਨਮੈਂਟ ਫੈਲਟ ਕੰਪੈਲਡ ਟੂ ਫਰੇਮ ਨਿਊ ਇਕਨੋਮਿਕ ਪੋਲਿਸੀ, ਜਿਸ ਕਰਕੇ ਗਵਰਨਮੈਂਟ ਨੇ ਇਹਨਾਂ ਸਾਰੀ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਲਈ ਨਿਊ ਇਕਨੋਮਿਕ ਪੋਲਿਸੀ ਨੂੰ ਅਡੋਪਟ ਕੀਤਾ। ਨੈਕਸਟ ਇਜ਼ ਰਾਈਜ਼ ਇਨ ਪ੍ਰਾਈਜ਼ਸ। ਇੰਡੀਆ ਦੇ ਵਿੱਚ ਜਿਹੜੀਆਂ ਪ੍ਰਾਈਜ਼ਸ ਸੀ ਉਹ ਕੰਟੀਨਿਊਸਲੀ ਇਨਕਰੀਜ਼ ਕਰਦੀਆਂ ਜਾ ਰਹੀਆਂ ਸੀ। 1991 ਡਿਸਪਾਈਟ ਗੁੱਡ ਮੌਨਸੂਨ ਫॉर 3 consecutive years prices of food grains rose substantially। ਉਸ ਟਾਈਮ ਜਿਹੜੀ ਐਵਰੇਜ ਐਨੂਅਲ ਰੇਟ ਆਫ ਇਨਫਲੇਸ਼ਨ ਸੀ ਉਹ ਇਨਕਰੀਜ਼ ਕਰਕੇ 10.3% ਹੋ ਗਈ ਸੀ, ਬਿਕੋਜ਼ ਆਫ ਇਨਕਰੀਜ਼ਿੰਗ ਪ੍ਰੈਸ਼ਰ ਆਫ ਇਨਫਲੇਸ਼ਨ ਦੇ ਕਾਰਨ ਜਿਹੜੀ ਕੰਟਰੀ ਦੀ ਇਕਨੋਮਿਕ ਪੋਜੀਸ਼ਨ ਸੀ ਉਹ ਹੋਰ ਜ਼ਿਆਦਾ ਖਰਾਬ ਹੋ ਗਈ। ਸੋ ਇਸ ਕਰਕੇ ਗਵਰਨਮੈਂਟ ਨੂੰ ਨਿਊ ਇਕਨੋਮਿਕ ਪੋਲਿਸੀ ਨੂੰ ਅਡੋਪਟ ਕੀਤਾ। ਨੈਕਸਟ ਇਜ਼ ਪੂਅਰ ਪਰਫੋਰਮੈਂਸ ਆਫ ਪਬਲਿਕ ਸੈਕਟਰ ਅੰਡਰਟੇਕਿੰਗਸ।
ਇਨ 1951 ਸਿਰਫ 5 ਐਂਟਰਪ੍ਰਾਈਜ਼ਸ ਸੀ ਇਨ ਇੰਡੀਆ ਦੇ ਵਿੱਚ ਪਬਲਿਕ ਸੈਕਟਰ ਵਿੱਚ, ਬਟ ਇਨ 1991 ਦੇਅਰ ਨੰਬਰ ਰੋਜ਼ ਟੂ 246। ਸੈਵਰਲ ਥਾਊਜ਼ੈਂਡ ਕਰੋੜ ਰੁਪੀਜ਼ ਪਬਲਿਕ ਫੰਡਸ ਵਿੱਚ ਇਨਵੈਸਟ ਕੀਤੇ ਗਏ ਪਬਲਿਕ ਸੈਕਟਰ ਦੇ ਵਿੱਚ। ਉਸ ਵਿੱਚ ਇਨ ਦਾ ਇਨੀਸ਼ੀਅਲ ਈਅਰਸ ਉਹਨਾਂ ਦਾ ਜਿਹੜਾ ਫੰਕਸ਼ਨ ਸੀ ਪਰਫੋਰਮੈਂਸ ਸੀ ਉਹ ਕੁਆਇਟ ਸੈਟਿਸਫੈਕਟਰੀ ਸੀ, ਬਟ ਆਫਟਰ ਦੈਟ ਜਿਹੜੀ ਉਹਨਾਂ ਵਿੱਚੋਂ ਜ਼ਿਆਦਾਤਰ ਲੋਸ ਵਿੱਚ ਚੱਲ ਗਈਆਂ। Because of their poor performance, public sector undertaking degenerated into liability. In such situation, need of new economic policy was felt, which provides more importance to private sector as compared to public sector. ਇਸ ਲਈ new economic policy ਨੂੰ adopt ਕੀਤਾ ਗਿਆ, ਜਿਸ ਵਿੱਚ ਕਿ private sector ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ as compared to public sector। ਇਸ ਤਰ੍ਹਾਂ ਸਾਰੀਆਂ ਪ੍ਰੋਬਲਮਸ ਨੂੰ ਓਵਰਕਮ ਕਰਨ ਦੇ ਲਈ ਗਵਰਨਮੈਂਟ ਨੇ ਅਡੋਪਟ ਕੀਤੀ ਸੀ ਨਿਊ ਇਕਨੋਮਿਕ ਪੋਲਿਸੀ, ਤਾਂ ਜੋ ਕੰਟਰੀ ਦੇ ਇਕਨੋਮਿਕ ਗਰੋਥ ਨੂੰ ਸਪੀਡ ਅਪ ਕੀਤਾ ਜਾ ਸਕੇ ਅਤੇ ਫੋਰਨ ਕੈਪੀਟਲ ਜਾਂ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਅਟਰੈਕਟ ਕੀਤਾ ਜਾ ਸਕੇ ਇੰਡੀਆ ਦੇ ਵੱਲ। ਨੈਕਸਟ ਇਜ਼ ਮੇਨ ਡਿਵੀਜ਼ਨਸ ਆਫ ਨਿਊ ਇਕਨੋਮਿਕ ਪੋਲਿਸੀ। Structural policy relates supply sides of the economic system. This includes the following: industrial policy, privatization, liberalization and globalization, foreign trade policy and foreign investment policy। ਇੰਡਸਟਰੀਅਲ ਪੋਲਿਸੀ ਦੇ ਵਿੱਚ ਜਦੋਂ ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਨੂੰ ਅਡੋਪਟ ਕੀਤਾ ਜਾਂਦਾ, ਉਸ ਨਾਲ ਕੀ ਹੁੰਦਾ ਹੈ ਕਿ ਨਿਊ ਇੰਡਸਟਰੀ ਨੂੰ ਸੈਟਅਪ ਕਰਨ ਦੇ ਲਈ ਨਿਊ ਇਕਨੋਮਿਕ ਰਿਫੋਰਮਸ ਤੋਂ ਬਾਅਦ ਜ਼ਿਆਦਾ ਲਾਇਸੈਂਸ ਨਹੀਂ ਲੈਣੇ ਪੈਂਦੇ, ਉਹਨਾਂ ਨੂੰ ਜ਼ਿਆਦਾ ਪੇਪਰ ਵਰਕ ਨਹੀਂ ਕਰਨਾ ਪੈਂਦਾ, ਜਿਸ ਕਾਰਨ ਉਹਨਾਂ ਨੂੰ ਥੋੜ੍ਹਾ ਲਿਬਰਲ ਕਰ ਦਿੱਤਾ ਗਿਆ। ਪ੍ਰਾਈਵੇਟਾਈਜੇਸ਼ਨ ਮਤਲਬ ਕਿ ਬਹੁਤ ਸਾਰੇ ਏਰੀਆ ਜਿਹੜੇ ਪਬਲਿਕ ਸੈਕਟਰ ਲਈ ਸੀਗੇ ਉਸ ਪ੍ਰਾਈਵੇਟ ਸੈਕਟਰ ਲਈ ਵੀ ਖੋਲ੍ਹ ਦਿੱਤੇ ਗਏ। ਗਲੋਬਲਾਈਜੇਸ਼ਨ ਕਿ ਨਿਊ ਜਿਹੜੇ ਬਾਹਰਲੇ ਫੋਰਨ ਇਨਵੈਸਟਰ ਉਹ ਇੰਡੀਆ ਦੇ ਵਿੱਚ ਆ ਕੇ ਇਨਵੈਸਟਮੈਂਟ ਕਰ ਸਕਦੇ, ਜਿਸ ਨਾਲ ਕਿ ਆਟੋਮੈਟਿਕਲੀ ਪ੍ਰੋਡਕਸ਼ਨ ਹੋਏਗਾ ਅਤੇ ਸਪਲਾਈ ਸਾਈਡ ਮਤਲਬ ਕਿ ਦੈਟ ਮੀਨਸ ਸਪਲਾਈ ਇਨਕਰੀਜ਼ ਹੋਏਗੀ ਕੰਟਰੀ ਦੇ ਵਿੱਚ। ਨੈਕਸਟ ਇਜ਼ ਸਟੇਬਲਾਈਜੇਸ਼ਨ ਪੋਲਿਸੀ। Stabilization policy relates to the demand side of economic system. It includes monetary policy and fiscal policy. Structural and stabilization reforms can be effective only when these are simultaneously introduced. That means structural and stabilization reforms ਤਾਂ ਹੀ effectively ਇਹ ਕੰਮ ਕਰਦੇ ਆ ਜਦੋਂ ਇਹ simultaneously ਇਕੱਠੇ ਇਹਨਾਂ ਦੀ ਗਰੋਥ ਹੁੰਦੀ ਹੈ। ਦੈਟ ਮੀਨਸ ਸਪਲਾਈ ਸਾਈਡ ਵੀ ਉਨਾ ਹੀ ਇਨਕਰੀਜ਼ ਕਰਦੀ ਹੈ ਐਂਡ ਡਿਮਾਂਡ ਸਾਈਡ ਵੀ। ਇਸ ਤਰ੍ਹਾਂ ਗਵਰਨਮੈਂਟ ਨੇ ਇਕਨੋਮਿਕ ਗਰੋਥ ਨੂੰ ਪ੍ਰਮੋਟ ਕਰਨ ਦੇ ਲਈ ਨਿਊ ਇਕਨੋਮਿਕ ਪੋਲਿਸੀਜ਼ ਨੂੰ ਅਡੋਪਟ ਕੀਤਾ ਸੀ, ਜਿਸ ਨੂੰ ਨਿਊ ਇਕਨੋਮਿਕ ਰਿਫੋਰਮਸ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਮੇਨ ਇੰਪੋਰਟੈਂਸ ਜ਼ਿਆਦਾਤਰ ਜੋ ਲਿਬਰਲਾਈਜੇਸ਼ਨ ਅਤੇ ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਲਿਬਰਲਾਈਜੇਸ਼ਨ ਗਵਰਨਮੈਂਟ ਕਿਉਂਕਿ ਪਹਿਲਾਂ ਜਿਹੜੀਆਂ ਬਿਜ਼ਨਸ ਯੂਨਿਟ ਸੀ ਉਸ 'ਤੇ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਸੀਗੀਆਂ, ਅਨਨੈਸੈਸਰੀ ਰਿਸਟ੍ਰਿਕਸ਼ਨ ਸੀਗੀਆਂ, ਗਵਰਨਮੈਂਟ ਨੇ ਉਸਨੂੰ ਰਿਡਿਊਸ ਕਰ ਦਿੱਤਾ ਗਿਆ ਨਿਊ ਇਕਨੋਮਿਕ ਪੋਲਿਸੀਜ਼ ਦੇ ਵਿੱਚ। ਪ੍ਰਾਈਵੇਟਾਈਜੇਸ਼ਨ ਮਿੱਤ ਦਾ ਕਿ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਜ਼ਿਆਦਾ ਏਰੀਆ ਸੀ ਉਹ ਪ੍ਰਾਈਵੇਟ ਸੈਕਟਰ ਦੇ ਲਈ ਕਲੋਜ਼ ਸੀਗਾ ਕਿ ਉੱਥੇ ਪ੍ਰਾਈਵੇਟ ਯੂਨਿਟਸ ਨੂੰ ਓਪਨ ਨਹੀਂ ਕੀਤਾ ਜਾ ਸਕਦਾ ਸੀ, ਪ੍ਰਾਈਵੇਟ ਇੰਡਸਟਰੀਜ਼ ਨੂੰ। ਬਾਅਦ ਵਿੱਚ ਉਸ ਨੂੰ ਵੀ ਬਹੁਤ ਜ਼ਿਆਦਾ ਲਿਬਰਲ ਕਰ ਦਿੱਤਾ ਗਿਆ, ਏਰੀਆ ਓਪਨ ਜਿਹੜਾ ਪਬਲਿਕ ਸੈਕਟਰ ਦੇ ਲਈ ਸੀ ਉਸਨੂੰ ਪ੍ਰਾਈਵੇਟ ਸੈਕਟਰ ਦੇ ਲਈ ਵੀ ਓਪਨ ਕਰ ਦਿੱਤਾ ਗਿਆ। ਗਲੋਬਲਾਈਜੇਸ਼ਨ ਮੀਨਸ 1991 ਤੋਂ ਪਹਿਲਾਂ ਜਿਹੜਾ ਬਾਹਰਲੀ ਫੋਰਨ ਕੰਟਰੀਜ਼ ਸੀਗੀਆਂ ਉਹ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਇਨਵੈਸਟਮੈਂਟ ਨਹੀਂ ਕਰ ਸਕਦੀਆਂ ਸੀ, ਬਹੁਤ ਸਾਰੀਆਂ ਰਿਸਟ੍ਰਿਕਸ਼ਨ ਸੀ, ਉਸ ਦੇ ਵਿੱਚ ਵੀ ਉਸਨੂੰ ਵੀ ਲਿਬਰਲ ਕਰ ਦਿੱਤਾ ਗਿਆ ਉਸ ਪੋਲਿਸੀ ਨੂੰ ਵੀ ਕਿ ਹੁਣ ਤਾਂ ਜੋ FDI ਨੂੰ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਅਤੇ ਫੋਰਨ ਇਨਵੈਸਟਰ ਨੂੰ ਦੇ ਇਨਵੈਸਟਮੈਂਟ ਨੂੰ ਇੰਡੀਆ ਦੇ ਵਿੱਚ ਇਨਕਰੀਜ਼ ਕਰਨ ਦੇ ਲਈ ਨਿਊ ਇਕਨੋਮਿਕ ਪੋਲਿਸੀ ਦੇ ਵਿੱਚ ਗਲੋਬਲਾਈਜੇਸ਼ਨ ਦੀ ਪੋਲਿਸੀ ਨੂੰ ਅਡੋਪਟ ਕੀਤਾ ਗਿਆ।